ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਘਟਨਾ ਅਸੀਂ ਆਪ ਜੀ ਨਾਲ ਸਾਂਝੀ ਕਰਨ ਜਾ ਰਹੇ ਹਾਂ ਉਹ ਪੰਜਾਬ ਤੋਂ ਬਾਹਰ ਅਫਰੀਕਾ ਦੀ ਹੈ। ਗੱਲ ਹੈ 1892 ਦੀ, ਜਦੋਂ ਅਫਰੀਕਾ ਦੇ ਨੈਰੋਬੀ ਤੋਂ ਬੰਬਾਸਾ ਵਿਖੇ ਜੰਗਲੀ ਖੇਤਰ ਦੇ ਵਿੱਚ ਯੂਗਾਂਡਾ ਰੇਲਵੇ ਲਾਈਨ ਵੱਲੋਂ ਲਾਈਨਾਂ ਵਿਛਾਈਆਂ ਜਾ ਰਹੀਆਂ ਸੀ। ਇਸ ਕੰਮ ਦਾ ਠੇਕਾ ਇੱਕ ਬ੍ਰਿਟਿਸ਼ ਕੰਪਨੀ ਦੇ ਕੋਲ ਸੀ। ਇਹ ਰੇਲ ਲਾਈਨਾਂ ਦੋਨੋਂ ਸਾਈਡਾਂ ਤੇ ਬੰਬਾਸਾ ਤੋਂ ਲੇਕ ਵਿਕਟੋਰੀਆ ਅਤੇ ਯੂਗਾਂਡਾ ਤੱਕ ਵਿਛਾਈਆਂ ਜਾਣੀਆਂ ਸੀ। ਬ੍ਰਿਟਿਸ਼ ਕੰਪਨੀ ਨੇ ਉੱਥੋਂ ਦੇ ਲੋਕਲ ਅਫਰੀਕਨ ਮੂਲ ਦੇ ਲੇਬਰ ਨੂੰ ਕੰਮ ਤੇ ਰੱਖਿਆ ਅਤੇ ਕੰਮ ਸ਼ੁਰੂ ਕੀਤਾ। ਉਹ ਸਾਰਾ ਇਲਾਕਾ ਜੰਗਲ ਦਾ ਸੀ ਅਤੇ ਆਲੇ ਦੁਆਲੇ 100 ਤੋਂ 150 ਕਿਲੋਮੀਟਰ ਤੱਕ ਕੋਈ ਵੀ ਸ਼ਹਿਰ ਜਾਂ ਬਸਤੂ ਨਹੀਂ ਸੀ। ਕੁਝ ਸਮਾਂ ਕੰਮ ਚੱਲਿਆ। ਅਫਰੀਕਨ ਮੂਲ ਦੀ ਲੇਬਰ ਕੰਮ ਕਰਨ ਤੋਂ ਬਾਅਦ ਜੰਗਲ ਵਿੱਚ ਲੱਗੇ ਕੈਂਪਾਂ ਦੇ ਵਿੱਚ ਸੌਣ ਆਉਂਦੀ ਸੀ, ਪਰ ਉੱਥੇ ਦੇ ਜੰਗਲਾਂ ਵਿੱਚ ਕਈ ਤਰ੍ਹਾਂ ਦੇ ਜੰਗਲੀ ਜਾਨਵਰ ਸੀ। ਸਮੇਂ ਦੇ ਨਾਲ ਕੁਝ ਘਟਨਾਵਾਂ ਹੋਈਆਂ ਜਿਨ੍ਹਾਂ ਵਿੱਚ ਜੰਗਲੀ ਜਾਨਵਰਾਂ ਨੇ ਲੇਬਰ ਉੱਤੇ ਹਮਲਾ ਕੀਤਾ ਸੀ ਅਤੇ ਇਹ ਘਟਨਾਵਾਂ ਦਿਨ ਬਾ ਦਿਨ ਵੱਧਦੀਆਂ ਗਈਆਂ। ਹੌਲੀ ਹੌਲੀ ਉਹ ਅਫਰੀਕਨ ਮੂਲ ਦੇ ਕੰਮ ਛੱਡ ਕੇ ਜਾਣ ਲੱਗੇ ਅਤੇ ਕੰਮ ਪੂਰੀ ਤਰ੍ਹਾਂ ਰੁਕ ਗਿਆ। ਸੋ ਕੰਮ ਨੂੰ ਚੱਲਦਾ ਰੱਖਣ ਵਾਸਤੇ ਬ੍ਰਿਟਿਸ਼ ਕੰਪਨੀ ਨੇ ਇੰਡੀਆ ਤੋਂ ਲੇਬਰ ਲੈ ਕੇ ਆਉਣ ਦੀ ਸੋਚੀ। ਉਸ ਸਮੇਂ ਭਾਰਤ ਵਿੱਚ ਅੰਗਰੇਜ਼ਾਂ ਦਾ ਰਾਜ ਸੀ ਅਤੇ ਉਹ ਇਸ ਗੱਲ ਤੋਂ ਭਲੀ ਭਾਂਤੀ ਜਾਣੂ ਸੀ ਕਿ ਸਿੱਖ ਲੋਕ ਬਹੁਤ ਹੀ ਨਿਡਰ ਹੁੰਦੇ ਨੇ ਅਤੇ ਕੰਮ ਦੇ ਵਿੱਚ ਵੀ ਲਾਇਕ ਹੁੰਦੇ ਨੇ। ਉਹਨਾਂ ਨੇ ਪਹਿਲੀ ਵਾਰ ਰਾਮਗੜੀਆ ਸਿੱਖਾਂ ਦਾ ਇੱਕ ਗਰੁੱਪ, ਜਿਸ ਵਿੱਚ ਮਿਸਤਰੀ, ਕਾਰਪੈਂਟਰ ਅਤੇ ਲੁਹਾਰ ਦਾ ਕੰਮ ਕਰਨ ਵਾਲੇ ਕੁਝ ਸਿੱਖ ਕਾਮੇ ਚੁਣੇ ਅਤੇ ਉਹਨਾਂ ਨੂੰ ਅਫਰੀਕਾ ਲੈ ਆਏ। ਉਹ ਰਾਮਗੜੀਆ ਸਿੱਖਾਂ ਦਾ ਗਰੁੱਪ ਆਪਣੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵੀ ਨਾਲ ਲੈ ਆਏ। ਅਫਰੀਕਾ ਪਹੁੰਚਣ ਤੇ ਸਭ ਤੋਂ ਪਹਿਲਾਂ ਉਹਨਾਂ ਇੱਕ ਲੱਕੜ ਦਾ ਢਾਂਚਾ ਬਣਾਇਆ, ਉਸ ਉੱਪਰ ਟੀਨ ਦੀ ਛੱਤ ਪਾਈ ਅਤੇ ਉਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਦਿੱਤਾ। ਸਭ ਤੋਂ ਪਹਿਲਾਂ ਇਹ ਗੁਰਦੁਆਰਾ ਸਾਹਿਬ ਦੀ ਇਮਾਰਤ ਬਣੀ ਸੀ। ਸਿੱਖ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਬਾਣੀ ਪੜ੍ਹਦੇ ਅਤੇ ਫਿਰ ਕੰਮਾਂ ਕਾਰਾਂ ਤੇ ਚਲੇ ਜਾਂਦੇ। ਕੰਮ ਹੌਲੀ ਹੌਲੀ ਚੱਲਣ ਲੱਗਾ। ਸਿੱਖਾਂ ਨੂੰ ਵੇਖ ਕੇ ਅਫਰੀਕਨ ਮੂਲ ਦੀ ਲੇਬਰ ਵੀ ਕੰਮ ਤੇ ਆਉਣ ਲੱਗੀ। ਉਸ ਸਮੇਂ ਉਸ ਅਫਰੀਕਨ ਮੂਲ ਦੀ ਲੇਬਰ ਦੇ ਵਿੱਚ ਇੱਕ ਆਦਮੀ ਸੀ ਜਿਸ ਨੂੰ ਘੱਟ ਦਿਖਾਈ ਦਿੰਦਾ ਸੀ। ਸਿੱਖਾਂ ਨੇ ਉਸ ਨੂੰ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਲਈ ਰੱਖ ਲਿਆ। ਇੱਕ ਦਿਨ ਕੰਮ ਜ਼ਿਆਦਾ ਹੋਣ ਕਰਕੇ ਸਿੱਖਾਂ ਨੂੰ ਸੁੱਖ ਆਸਣ ਕਰਨਾ ਭੁੱਲ ਗਿਆ ਅਤੇ ਉਹ ਆਪਣੇ ਕੈਂਪਾਂ ਦੇ ਵਿੱਚ ਜਾ ਕੇ ਸੌਂ ਗਏ। ਉੱਧਰ ਅਫਰੀਕਨ ਮੂਲ ਦਾ ਸੇਵਾਦਾਰ ਗੁਰਦੁਆਰੇ ਵਿੱਚ ਹੀ ਸੀ। ਫਿਰ ਇੱਕ ਸਿੱਖ ਨੂੰ ਅਚਾਨਕ ਯਾਦ ਆਇਆ ਕਿ ਉਹਨਾਂ ਨੇ ਸੁੱਖ ਆਸਣ ਤਾਂ ਕੀਤਾ ਹੀ ਨਹੀਂ। ਉਹ ਜਲਦੀ ਦੇ ਨਾਲ ਬਾਕੀ ਸਿੰਘਾਂ ਨੂੰ ਨਾਲ ਲੈ ਕੇ ਗੁਰਦੁਆਰੇ ਪਹੁੰਚਿਆ। ਜਦੋਂ ਉਹ ਗੁਰਦੁਆਰੇ ਪਹੁੰਚੇ ਤਾਂ ਉਹਨਾਂ ਨੇ ਵੇਖਿਆ ਕਿ ਸੁੱਖ ਆਸਣ ਤਾਂ ਹੋ ਚੁੱਕਾ ਹੈ। ਉਹਨਾਂ ਨੇ ਅਫਰੀਕਨ ਮੂਲ ਦੇ ਸੇਵਾਦਾਰ ਤੋਂ ਪੁੱਛਿਆ ਕਿ ਸੁੱਖ ਆਸਣ ਕਿਸਨੇ ਕੀਤਾ, ਤਾਂ ਉਹ ਸੇਵਾਦਾਰ ਨੇ ਦੱਸਿਆ ਕਿ ਇੱਕ ਬਾਬਾ ਜੀ ਆਏ ਸੀ, ਉਹਨਾਂ ਕੋਲ ਚਿੱਟਾ ਘੋੜਾ ਸੀ। ਮੈਂ ਉਸ ਸਮੇਂ ਸੋ ਰਿਹਾ ਸੀ ਅਤੇ ਉਸ ਘੋੜੇ ਨੇ ਪੋੜ ਮੇਰੀ ਛਾਤੀ ਦੇ ਨਾਲ ਲਗਾਇਆ ਅਤੇ ਮੈਂ ਉਸ ਨਾਲ ਉੱਠ ਗਿਆ। ਬਾਬਾ ਜੀ ਨੇ ਸੁੱਖ ਆਸਣ ਕੀਤਾ ਅਤੇ ਕਿਹਾ ਕਿ ਇਹਨਾਂ ਸਿੰਘਾਂ ਨੂੰ ਕਹਿਣਾ ਕਿ ਇਸ ਜਗ੍ਹਾ ਨੂੰ ਆਬਾਦ ਕਰਨ। ਸਿੰਘਾਂ ਨੇ ਪੁੱਛਿਆ ਕਿ ਉਹ ਬਾਬਾ ਜੀ ਕੌਣ ਸੀ। ਸੇਵਾਦਾਰ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਲੱਗੀ ਤਸਵੀਰ ਵੱਲ ਇਸ਼ਾਰਾ ਕਰਕੇ ਦੱਸਿਆ ਕਿ ਉਹਨਾਂ ਨੇ ਇਸ ਤਰ੍ਹਾਂ ਦੇ ਕੱਪੜੇ ਪਾਏ ਹੋਏ ਸੀ। ਉਹ ਸੇਵਾਦਾਰ ਨੇ ਸਾਰਾ ਪਹਿਰਾਵਾ ਦੱਸਿਆ ਅਤੇ ਕਿਹਾ ਕਿ ਉਸ ਸਮੇਂ ਬਹੁਤ ਸਾਰਾ ਪ੍ਰਕਾਸ਼ ਹੋ ਗਿਆ ਸੀ। ਇਹ ਸੁਣ ਕੇ ਸਾਰੇ ਬਹੁਤ ਹੈਰਾਨ ਹੋ ਗਏ ਅਤੇ ਸਾਰੇ ਸਿੱਖ ਭਾਵੁਕ ਹੋ ਗਏ। ਅਗਲੇ ਦਿਨ ਇਹ ਗੱਲ ਬਾਬਾ ਪੂਰਨ ਸਿੰਘ ਜੀ ਨਿਸ਼ਕਾਮ ਸੇਵਾ ਵਾਲਿਆਂ ਨੂੰ ਦੱਸੀ ਗਈ। ਉਹਨਾਂ ਨੇ ਉਸ ਸੇਵਾਦਾਰ ਨਾਲ ਗੱਲ ਕੀਤੀ ਅਤੇ ਉਸ ਨੂੰ ਗਲ ਨਾਲ ਲਗਾ ਕੇ ਕਿਹਾ ਕਿ ਤੂੰ ਬਹੁਤ ਭਾਗਾ ਵਾਲਾ ਹੈ। ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੋਏ। ਫਿਰ ਹੌਲੀ ਹੌਲੀ 1926 ਦੇ ਵਿੱਚ ਇੱਥੇ ਗੁਰਦੁਆਰਾ ਬਣਾਇਆ ਗਿਆ, ਜਿਸ ਨੂੰ ਅੱਜ ਸਾਰੇ ਮੋਕੀਡੋ ਸਾਹਿਬ ਆਖਦੇ ਹਨ, ਕਿਉਂਕਿ ਇਸ ਜਗ੍ਹਾ ਦਾ ਨਾਮ ਮੋਕੀਡੋ ਸੀ। ਇਹ ਗੁਰਦੁਆਰਾ ਸਾਹਿਬ ਨੈਰੋਬੀ ਤੋਂ ਬੰਬਾਸਾ ਸ਼ਹਿਰ 1 ਤੋਂ 173 ਕਿਲੋਮੀਟਰ ਦੀ ਦੂਰੀ ਤੇ ਹੈ। ਜੰਗਲੀ ਇਲਾਕਾ ਹੋਣ ਕਰਕੇ ਇੱਥੇ ਦਾ ਮਾਹੌਲ ਬਹੁਤ ਹੀ ਸ਼ਾਂਤਮਈ ਹੈ ਅਤੇ ਕੁਦਰਤੀ ਨਜ਼ਾਰੇ ਦਾ ਵੀ ਦਿਲ ਮੋਹ ਲੈਂਦੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।